हाँ जी, गुड आफ्टरनून। अपने जो कोर्स के दौरान अपने को जो विषय हैगा जो असी विषय के दौरान उप विषयां दी आपां सहायता दे नाल आपां जो आपां ज्ञान एक प्रत्यक्ष रूप दे विच आपां हासिल कर रहे हैगे आ ਉਹ ਹੈਗਾ ਜੀ ਪੰਜਾਬੀ ਭਾਸ਼ਾ ਦਾ ਅਧਿਆਪਨ ਹੈ। ਇਹਦੇ ਵਿੱਚ ਆਪਣੇ ਕੋਲੇ ਭਾਸ਼ਾ ਦੀ ਪ੍ਰਕਿਰਤੀ ਬਾਰੇ ਆਪਾਂ ਜਾਣਕਾਰੀ ਆਪਾਂ ਹਾਸਲ ਕਰਾਂਗੇ। ਹੁਣ ਭਾਸ਼ਾ ਦੀ ਪ੍ਰਕਿਰਤੀ ਤੋਂ ਪਹਿਲਾਂ ਆਪਾਂ ਜੋ ਟੌਪਿਕ ਆਪਾਂ ਜੋ ਪਹਿਲਾਂ ਇਸ ਤੋਂ ਪਹਿਲਾਂ ਜਿਹੜਾ ਲੈਕਚਰ ਲੱਗਿਆ ਸੀਗਾ ਉਸ ਲੈਕਚਰ ਦੇ ਵਿੱਚ ਆਪਾਂ ਪਰਿਭਾਸ਼ਾਵਾਂ ਭਾਸ਼ਾ ਦੇ ਸੰਬੰਧਿਤ ਪਰਿਭਾਸ਼ਾਵਾਂ ਨੂੰ ਸੰਬੋਧਨ ਕੀਤਾ ਸੀਗਾ। ਤਾਂ ਉਹਨਾਂ ਪਰਿਭਾਸ਼ਾਵਾਂ ਕਰਤਾਂ ਦੇ ਅਨੁਸਾਰ ਆਪਾਂ ਸਿੱਧਾ ਵੀ ਜਿਹੜਾ ਹੈਗਾ ਆਪਾਂ ਵਿਚਾਰ ਆਪਾਂ ਉਹਨਾਂ ਦਾ ਸਾਂਝਾ ਕੀਤਾ ਸੀ। ਤਾਂ ਉਸ ਵਿਚਾਰਧਾਰਾਵਾਂ ਦੇ ਅਨੁਸਾਰ ਪਰਿਭਾਸ਼ਾ ਕਰਤਾਂ ਦੀਆਂ ਵਿਚਾਰਧਾਰਾਵਾਂ ਦੇ ਅਨੁਸਾਰ ਭਾਸ਼ਾ ਕੀ ਹੈਗੀ ਆ ਅਸਲ ਦੇ ਵਿੱਚ ਜੋ ਆਪਣਾ ਸਾਡਾ ਇੱਕ ਸਵੈਤਾ ਪ੍ਰਗਟਾਵਾ ਹੈਗਾ ਜੋ ਅਸੀਂ ਬੋਲਚਾਲ ਦੀ ਭਾਸ਼ਾ ਰਾਹੀਂ ਜਿਹੜੀ ਸਾਡੀ ਆਪਣੀ ਮਨ ਦੀ ਇੱਛਾ ਹੁੰਦੀ ਆ ਅਸੀਂ ਦੂਸਰੇ ਦੇ ਸਾਹਮਣੇ ਜਦੋਂ ਪ੍ਰਗਟ ਕਰਦੇ ਹੈਗੇ ਆ ਉਹ ਸਾਡੀ ਕੀ ਹੈਗੀ ਇੱਕ ਭਾਸ਼ਾ ਹੈ। ਹੁਣ ਭਾਸ਼ਾ ਇਸ ਤੋਂ ਕੀ ਹੈਗਾ ਅਸੀਂ ਦੂਸਰਿਆਂ ਤੋਂ ਵੀ ਇਹੀ ਇੱਛਾ ਅਸੀਂ ਕੀ ਕਰਦੇ ਹੈਗੇ ਗ੍ਰਹਿਣ ਕਰਦੇ ਆ ਮਤਲਬ ਅਸੀਂ ਆਪਣੀ ਇੱਛਾ ਪ੍ਰਗਟ ਕੀਤੀ ਉਹਨੇ ਸਾਡੀ ਇੱਛਾ ਨੂੰ ਸੁਣ ਲਿਆ ਔਰ ਉਸ ਸੁਣਨ ਦੇ ਨਾਲ ਜੋ ਉਸ ਦੀ ਇੱਕ ਐਂ ਕਹੋ ਕਿ ਉਸ ਤੋਂ ਬਾਅਦ ਉਹਨੇ ਜੋ ਰਿਪਲਾਈ ਕਰਨਾ ਹੁੰਦਾ ਉਸਨੇ ਉਸ ਦੀ ਮਤਲਬ ਐਂ ਕਹੋ ਕਿ ਉਹਦਾ ਜਵਾਬ ਜਿਹੜਾ ਦੇਣਾ ਹੁੰਦਾ ਉਹਨੇ ਵੀ ਉਸ ਭਾਸ਼ਾ ਦਾ ਹੀ ਸਹਾਰਾ ਲੈ ਕੇ ਉਸ ਦਾ ਜਵਾਬ ਦੇਣਾ ਹੁੰਦਾ ਉਸਨੇ ਉਸ ਨੂੰ ਪ੍ਰਗਟ ਕਰਨਾ ਹੁੰਦਾ ਭਾਸ਼ਾ ਦੇ ਸਹਿਤ ਆਪਣੇ ਸ਼ਬਦਾਂ ਨੂੰ। ਹੁਣ ਭਾਸ਼ਾਵਾਂ ਦੀਆਂ ਪਰਿਭਾਸ਼ਾਵਾਂ ਤੋਂ ਆਪਾਂ ਤਾਂ ਸਿੱਧਾ ਜਿਹਾ ਨਤੀਜਾ ਆਪਾਂ ਜਿਹੜਾ ਹੈਗਾ ਉਹ ਆਪਾਂ ਦੇਖ ਲਿਆ। ਹੁਣ ਉਹਨਾਂ ਦੇ ਅਨੁਸਾਰ ਜਿਹੜੀ ਇੱਕ ਭਾਸ਼ਾ ਹੈਗੀ ਆ ਆਪਾਂ ਇਹਦੇ ਵਿੱਚ ਜਾਣ ਪਹਿਚਾਣ ਕਰ ਲਈਏ। ਸਭ ਤੋਂ ਪਹਿਲਾਂ ਭਾਸ਼ਾ ਦੀ ਪ੍ਰਕਿਰਤੀ ਦੀ ਜਾਣ ਪਹਿਚਾਣ ਜਾਣ ਪਛਾਣ ਕੇ ਵੀ ਕਹਿੰਦੇ ਜਾਣ ਪਹਿਚਾਣ ਜਿਹਨੂੰ ਅਸੀਂ ਆਪਾਂ ਦੂਜੇ ਵਿਸ਼ੇ ਦੇ ਵਿੱਚ ਜਿਹੜਾ ਹੈਗਾ ਜਦੋਂ ਅਸੀਂ ਇਹਦੀ ਗੱਲ ਕਰਦੇ ਹੈਗੇ ਆ ਤਾਂ ਉਹ ਸਾਡੀ ਇੰਟਰੋਡਕਸ਼ਨ ਹੋ ਜਾਂਦੀ ਹੈ ਜੀ ਔਰ ਅਸੀਂ ਇੱਥੇ ਪੰਜਾਬੀ ਦਾ ਵਿਸ਼ਾ ਪੜ੍ਹ ਰਹੇ ਹੈਗੇ ਆ ਤਾਂ ਉੱਥੇ ਅਸੀਂ ਜਾਣ ਪਹਿਚਾਣ ਦੀ ਗੱਲ ਕਰਾਂਗੇ। ਜਾਣ ਪਹਿਚਾਣ ਦੇ ਅਨੁਸਾਰ ਆਪਾਂ ਇਹ ਦੇਖ ਸਕਦੇ ਆ ਕਿ ਜਿਹੜੀ ਭਾਸ਼ਾ ਦੀ ਪ੍ਰਕਿਰਤੀ ਹੈਗੀ ਹੈ ਭਾਸ਼ਾ ਦੀ ਪ੍ਰਕਿਰਤੀ ਨੂੰ ਸਮਝੇ ਬਿਨਾ ਤਾਂ ਕੀ ਹੈਗਾ ਕਹਿੰਦੇ ਜਿਹੜੀ ਭਾਸ਼ਾ ਹੈਗੀ ਹੈ ਨਾ ਉਹ ਕੀ ਹੈਗੀ ਆ ਇੱਕ ਕਰਮ ਨੂੰ ਦਰਸਾਉਂਦੀ ਹੈ ਉਸ ਦੀ ਪ੍ਰਕਿਰਤੀ ਨੂੰ ਨਹੀਂ ਦਰਸਾਉਂਦੀ। ਸਭ ਤੋਂ ਪਹਿਲਾਂ ਕੀ ਹੈਗਾ ਭਾਸ਼ਾ ਕਰਮ ਦਾ ਰੂਪ ਹੈ। ਭਾਸ਼ਾ ਕਰਮ ਦਾ ਰੂਪ ਹੈ। ਕਰਮ ਦਾ ਰੂਪ ਹੈ। ਇਹ ਸਾਡਾ ਪ੍ਰਕਿਰਤੀ ਨੂੰ ਸੰਬੋਧਨ ਨਹੀਂ ਕਰਦੀ ਇਹ ਸਿਰਫ ਪਰਿਭਾਸ਼ਾਵਾਂ ਕਰਤਾ ਦੇ ਅਨੁਸਾਰ ਕੀ ਹੈ ਕਿ ਕਿਸ ਨੂੰ ਸੰਬੋਧਨ ਕਰਦੀ ਹੈ ਜੀ ਇਹ ਇੱਕ ਕਰਮ ਨੂੰ ਸੰਬੋਧਨ ਕਰਦੀ ਹੈ। ਮਤਲਬ ਆਪਾਂ ਗੱਲ ਕੀਤੀ ਸੀ ਕਿ ਬਿੰਬ ਦੀ ਜਦੋਂ ਇੱਕ ਚਾਰ ਲੱਤਾਂ ਵਾਲੇ ਜਾਨਵਰ ਦੀ ਕੁੱਤੇ ਦੀ ਗੱਲ ਕੀਤੀ ਜਾਊਗੀ ਤਾਂ ਉਹਦਾ ਜਿਹੜਾ ਬਿੰਬ ਹੈਗਾ ਕਹਿੰਦੇ ਉਹ ਸਾਡੇ ਮਨ ਦੇ ਉੱਤੇ ਦੀ ਤਸਵੀਰ ਬਣ ਜੂਗੀ। ਤਾਂ ਕਹਿੰਦੇ ਜੇ ਰੰਗ ਉਹਦੇ ਢੰਗ ਉਹਦੀ ਜਿਹੜੀ ਆਪਾਂ ਨੂੰ ਵਰਤੋਂ ਕਰਨੀ ਹੈਗੀ ਉਸ ਦੇ ਵੱਖਰੇ ਹੋਣਗੇ। ਸਾਨੂੰ ਵੱਖਰੀ ਕਿਰਿਆਵਾਂ ਤੋਂ ਜਾਣੂ ਤਾਂ ਕਰਵਾਇਆ ਗਿਆ ਹੈ ਪਰ ਉਸਦੇ ਸਰੂਪਾਂ ਪ੍ਰਤੀ ਜਾਣੂ ਨਹੀਂ ਕਰਵਾਇਆ ਗਿਆ। ਸਰੂਪ ਕੀ ਹੋਇਆ ਕਿ ਚਾਰ ਲੱਤਾਂ ਵਾਲਾ ਜਾਨਵਰ ਸਿਰਫ ਇੱਕ ਕੁੱਤਾ ਹੀ ਨਹੀਂ ਹੋ ਸਕਦਾ ਹੋਰ ਵੀ ਬਹੁਤ ਤਰ੍ਹਾਂ ਦੇ ਜਾਨਵਰ ਜਿਹੜੇ ਹੈਗੇ ਨੇ ਚਾਰ ਲੱਤਾਂ ਵਾਲੇ ਇੱਕ ਸਮਾਜ ਦੇ ਵਿੱਚ ਆਪਾਂ ਨੂੰ ਜਿਹੜੇ ਇੱਕ ਮਨੁੱਖ ਵੀ ਆਪਣੀ ਵਰਤੋਂ ਦੇ ਲਈ ਪੂਰਾ ਕਰਨ ਦੇ ਲਈ ਉਹਨਾਂ ਨੂੰ ਵਰਤੋਂ ਦੇ ਵਿੱਚ ਲੈ ਕੇ ਆਉਂਦਾ ਹੈ। ਤਾਂ ਇੱਥੇ ਆਪਾਂ ਇਹ ਗੱਲ ਕਹਾਂਗੇ ਜੀ ਕਿ ਜਿਹੜੀ ਭਾਸ਼ਾ ਹੈਗੀ ਆ ਉਹ ਕਰਮ ਦਾ ਰੂਪ ਹੈ ਮਤਲਬ ਕਿਰਿਆ ਦਾ ਰੂਪ ਹੈ ਨਾ ਕਿ ਆਪਾਂ ਇਹ ਕਹਿ ਸਕਦੇ ਆ ਵੀ ਜਿਹੜੀ ਹੁਣ ਭਾਸ਼ਾ ਦੀ ਪ੍ਰਕਿਰਤੀ ਹੈਗੀ ਹੈ ਕਹਿੰਦੇ ਉਸ ਨੂੰ ਸਮਝੇ ਬਿਨਾਂ ਨਾ ਤਾਂ ਉਸ ਦਾ ਕੁਸ਼ਲਤਾਪੂਰਵਕ ਅਧਿਐਨ ਕੀਤਾ ਜਾ ਸਕਦਾ ਹੈ। ਕੁਸ਼ਲਤਾਪੂਰਵਕ ਇੱਥੇ ਆਪਾਂ ਗੱਲ ਕਰ ਰਹੇ ਜੀ ਕੁਸ਼ਲਤਾਪੂਰਵਕ ਅਧਿਐਨ ਜੋ ਸਾਡੀ ਭਾਸ਼ਾ ਹੈਗੀ ਹੈ ਨਾ ਕਹਿੰਦੇ ਜਦੋਂ ਅਸੀਂ ਦੀ ਪ੍ਰਕਿਰਤੀ ਦੀ ਗੱਲ ਕਰਦੇ ਹੈਗੇ ਆ ਤਾਂ ਉਸ ਦਾ ਕੁਸ਼ਲਤਾਪੂਰਵਕ ਅਧਿਐਨ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਉਸ ਦਾ ਕਹਿੰਦੇ ਪ੍ਰਭਾਵਸ਼ਾਲੀ ਅਧਿਆਪਨ ਅਤੇ ਨਾ ਹੀ
ਪ੍ਰਭਾਵਸ਼ਾਲੀ ਅਧਿਆਪਨ। ਪ੍ਰਭਾਵਸ਼ਾਲੀ ਅਧਿਆਪਨ। ਹੁਣ ਦੇਖੋ ਇਹਦੇ ਵਿੱਚ ਸਾਡੇ ਕੋਲੇ ਦੋ ਗੱਲਾਂ ਸਾਡੀ ਜਾਣ ਪਹਿਚਾਣ ਦੇ ਵਿੱਚ ਸ਼ਾਮਲ ਹੋਈਆਂ ਜੀ। ਇੱਕ ਤਾਂ ਸਾਡੇ ਕੋਲ ਹੈਗਾ ਕੁਸ਼ਲਤਾਪੂਰਵਕ ਅਧਿਆਪਨ। ਔਰ ਜਦੋਂ ਅਸੀਂ ਕੁਸ਼ਲਤਾਪੂਰਵਕ ਅਧਿਆਪਨ ਦੀ ਗੱਲ ਕਰਾਂਗੇ, ਅਧਿਆਨ ਦੀ ਗੱਲ ਕਰਾਂਗੇ ਤਾਂ ਕਹਿਣ ਦਾ ਭਾਵ ਕੀ ਹੈ, ਸਕਿਲਫੁਲ, ਜਿਵੇਂ ਆਪਾਂ ਇਸ ਨੂੰ ਟ੍ਰਾਂਸਲੇਟ ਕਰੀਏ ਤਾਂ ਆਪਣੀ ਆਮ ਜਿਹੜੀ ਅੰਗਰੇਜ਼ੀ ਦੇ ਵਿੱਚ ਜਦੋਂ ਆਪਾਂ ਸ਼ਬਦਾਂ ਦੀ ਵਰਤੋਂ ਕਰਦੇ ਹੈਗੇ ਆ ਤਾਂ ਉੱਥੇ ਆਪਾਂ ਇਹ ਦੇਖਦੇ ਆ ਵੀ ਕੁਸ਼ਲਤਾਪੂਰਵਕ ਅਧਿਆਨ। ਕੁਸ਼ਲਤਾਪੂਰਵਕ ਅਧਿਆਨ ਕੀ ਹੈਗਾ ਵੀ ਜੋ ਅਸੀਂ ਸਿੱਖ ਰਹੇ ਹੈਗੇ ਆ, ਜੋ ਅਸੀਂ ਗਿਆਨ ਹਾਸਲ ਕੀਤਾ ਹੈਗਾ ਉਸ ਨੂੰ ਅਸੀਂ ਕਿਰਿਆ ਦਾ ਰੂਪ ਦੇ ਕੇ ਜਾਂ ਇੱਕ ਭਾਸ਼ਾ ਦੇ ਰਾਹੀਂ ਬੋਲ ਕੇ ਅਸੀਂ ਉਸ ਨੂੰ ਸੰਬੋਧਨ ਨਹੀਂ ਕਰ ਸਕਦੇ। ਤਾਂ ਕਹਿੰਦੇ ਉਸ ਨੂੰ ਅਧਿਐਨ ਕਰਨ ਦੇ ਲਈ ਸਾਡੇ ਕੋਲ ਵੱਖ-ਵੱਖ ਰੂਪਾਂ ਦੇ ਵਿੱਚ ਸਾਡੇ ਵਿੱਚ ਕੁਸ਼ਲਤਾ ਹੋਣੀ ਚਾਹੀਦੀ ਹੈ। ਤਾਂ ਹੀ ਅਸੀਂ ਕਿਸੇ ਕਿਰਿਆ ਨੂੰ ਜਿਹੜਾ ਹੈਗਾ ਇੱਕ ਭਾਸ਼ਾ ਦੇ ਰਾਹੀਂ ਉਸ ਨੂੰ ਸੰਬੋਧਨ ਕਰ ਸਕਦੇ, ਉਸ ਦੇ ਸਰੂਪ ਨੂੰ ਵੀ ਸਮਝ ਸਕਦੇ ਹਾਂ। ਐਕਚੁਅਲ ਦੇ ਵਿੱਚ ਉਹੀ ਕੀ ਹੈਗੀ ਹੈ, ਸਾਡੀ ਇੱਕ ਭਾਸ਼ਾ ਦੀ ਪ੍ਰਕਿਰਤੀ ਹੈ, ਇੱਕ ਭਾਸ਼ਾ ਦਾ ਸਰੂਪ ਹੈ। ਉਹਨਾਂ ਨੇ ਨਾਲ ਗੱਲ ਕੀਤੀ ਹੈ ਪ੍ਰਭਾਵਸ਼ਾਲੀ ਅਧਿਆਪਨ। ਪਰ ਪ੍ਰਭਾਵਸ਼ਾਲੀ ਅਧਿਆਪਨ ਕੀ ਹੈਗਾ, ਆਪਾਂ ਉਦਾਹਰਨ ਸਹਿਤ ਆਪਾਂ ਗੱਲ ਕਰ ਲਈਏ ਕਿ ਸਾਡੇ ਕੋਲੇ ਅਸੀਂ ਆਪਣੇ ਵਿਸ਼ੇ ਦੇ ਤਹਿਤ ਦੀ ਗੱਲ ਕਰ ਲਈਏ ਵੀ ਜਿਹੜਾ ਸਾਨੂੰ ਗਿਆਨ ਹੈਗਾ ਉਹ ਅਧਿਆਪਨ ਜਿਹੜਾ ਹੈਗਾ ਸਾਨੂੰ ਪ੍ਰਤੱਖ ਰੂਪ ਦੇ ਵਿੱਚ ਸਿਖਾਇਆ ਜਾਂਦਾ ਹੈ। ਹੁਣ ਜਿਹੜੀ ਉਹ ਸਿੱਖਣ ਦੀ ਵਿਧੀ ਹੈਗੀ ਹੈ ਸਾਡੇ ਕੋਲੇ ਉਹ ਪ੍ਰਤੱਖ ਹੈ। ਪ੍ਰਤੱਖ ਕੀ ਹੋ ਗਿਆ, ਸਾਡੇ ਕੋਲੇ ਇੱਕ ਕਿਰਿਆ ਦਾ ਰੂਪ ਹੋ ਗਿਆ। ਮਤਲਬ ਕੀ ਹੈਗਾ, ਇੱਕ ਕਿਰਿਆ ਦੇ ਰੂਪ ਦੇ ਹੋਣ ਦੇ ਨਾਲ ਸਾਨੂੰ ਗਿਆਨ ਤਾਂ ਹਾਸਲ ਹੋ ਗਿਆ, ਪਰ ਉਹ ਗਿਆਨ ਅਸੀਂ ਕਿੰਨਾ ਕੁ ਸਿੱਖ ਲਿਆ ਅਸਲ ਦੇ ਵਿੱਚ ਉਹ ਉਸ ਦੀ ਪ੍ਰਕਿਰਤੀ ਬਣ ਗਈ। ਸਾਨੂੰ ਇਹ ਭਾਸ਼ਾ ਦੁਆਰਾ ਇਹ ਦੱਸਿਆ ਗਿਆ ਵੀ ਸਾਡਾ ਕਿੰਨਾ ਕੁ ਸਾਡਾ ਅਧਿਐਨ ਜਿਹੜਾ ਕੀਤਾ ਗਿਆ ਭਾਸ਼ਾ ਰਾਹੀਂ ਕੀ ਅਸੀਂ ਉਸ ਨੂੰ ਪ੍ਰੋਪਰ ਤਰੀਕੇ ਨਾਲ ਸੰਪੂਰਨ ਤਰੀਕੇ ਨਾਲ ਅਸੀਂ ਸਿੱਖ ਲਿਆ, ਜਾਂ ਅਸੀਂ ਉਸ ਦੀਆਂ ਕਿਰਿਆਵਾਂ ਦੇ ਤਹਿਤ ਅਸੀਂ ਉਸ ਕਿਰਿਆ ਨੂੰ ਅਸੀਂ ਸੰਪੂਰਨ ਤਰੀਕੇ ਨਾਲ ਪੂਰਾ ਕਰ ਲਿਆ ਜਾਂ ਨਹੀਂ ਕੀਤਾ ਗਿਆ। ਤਾਂ ਕਿਤੇ ਨਾ ਕਿਤੇ ਭਾਸ਼ਾ ਦੀ ਜਿਹੜੀਆਂ ਪਰਿਭਾਸ਼ਾਵਾਂ ਦਿੱਤੀਆਂ ਗਈਆਂ ਸੀਗੀਆਂ ਉਹ ਉਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਭਾਸ਼ਾ ਕੀ ਹੈਗੀ ਆ, ਕਰਮ ਦਾ ਰੂਪ ਹੈ। ਅਤੇ ਜੇਕਰ ਹੁਣ ਆਪਾਂ ਗੱਲ ਕਰੀਏ ਵੀ ਭਾਸ਼ਾ ਦੀ ਪ੍ਰਕਿਰਤੀ ਨੂੰ ਸਮਝੇ ਬਿਨਾ, ਭਾਸ਼ਾ ਦੀ ਪ੍ਰਕਿਰਤੀ ਨੂੰ ਸਮਝੇ ਬਿਨਾ ਕੁਸ਼ਲਤਾਪੂਰਵਕ ਅਧਿਐਨ ਅਤੇ ਪ੍ਰਭਾਵਸ਼ਾਲੀ ਜਿਹੜਾ ਸਾਡੇ ਕੋਲੇ ਅਧਿਆਪਨ ਹੈਗਾ ਕਹਿੰਦੇ ਉਹ ਸੰਭਵ ਤਾਂ ਹੋ ਸਕਦਾ ਹੈ ਜੇ ਭਾਸ਼ਾ ਦੀਆਂ ਪ੍ਰਕਿਰਤੀ ਦੀਆਂ ਵਿਸ਼ੇਸ਼ਤਾਵਾਂ ਨੂੰ ਅਸੀਂ ਧਿਆਨ ਦੇ ਵਿੱਚ ਰੱਖਾਂਗੇ। ਹੁਣ ਭਾਸ਼ਾ ਦੀਆਂ ਇਹ ਤਾਂ ਇੱਕ ਸਾਡੇ ਕੋਲੇ ਜਾਣ ਪਹਿਚਾਣ ਸੀਗੀ ਰਜੇ ਕਿ ਅਸੀਂ ਜਦੋਂ ਭਾਸ਼ਾ ਦੀ ਪ੍ਰਕਿਰਤੀ ਦੇ ਬਾਰੇ ਲਿਖਾਂਗੇ ਤਾਂ ਉੱਥੇ ਥੋੜੇ ਜਿਹੇ ਅਸੀਂ 2 ਜਾਂ 3 ਲਾਈਨਾਂ ਦੇ ਵਿੱਚ ਅਸੀਂ ਇੰਟਰੋਡਕਸ਼ਨ ਜਾਂ ਅਸੀਂ ਜਾਣ ਪਹਿਚਾਣ ਦੇ ਰਾਹੀਂ ਅਸੀਂ ਕੁਝ ਨਾ ਕੁਝ 2 ਜਾਂ 3 ਲਾਈਨਾਂ ਦੇ ਰਾਹੀਂ ਅਸੀਂ ਸੰਬੋਧਨ ਕਰਨਾ ਹੁੰਦਾ ਹੈ। ਤਾਂ ਇਹਦੇ ਵਿੱਚ ਉਸ ਤੋਂ ਬਾਅਦ ਭਾਸ਼ਾਵਾਂ ਜਿਹੜੀਆਂ ਸਾਡੇ ਕੋਲ ਵੱਖ-ਵੱਖ ਰੂਪ ਦੇ ਵਿੱਚ ਵੇਖਣ ਨੂੰ ਮਿਲਦੀਆਂ ਹਨ, ਤਾਂ ਅਸੀਂ ਹੁਣ ਇਹਦੀਆਂ ਭਾਸ਼ਾ ਦੀ ਪ੍ਰਭਾਵਸ਼ਾਲੀ ਅਧਿਐਨ, ਕੁਸ਼ਲਤਾਪੂਰਵਕ ਅਧਿਐਨ ਅਤੇ ਪ੍ਰਭਾਵਸ਼ਾਲੀ ਅਧਿਆਪਨ ਜਿਹੜਾ ਹੈਗਾ ਸਾਡੇ ਕੋਲੇ ਅਸੀਂ ਉਹਦੇ ਬਾਰੇ ਜਾਣਕਾਰੀ ਲਵਾਂਗੇ ਤੇ ਵਿਸ਼ੇਸ਼ਤਾਵਾਂ ਬਾਰੇ। ਭਾਸ਼ਾ ਦੀ ਪ੍ਰਕਿਰਤੀ ਦੇ ਵਿੱਚ ਭਾਸ਼ਾ ਦੀ ਪ੍ਰਕਿਰਤੀ ਹੀ ਹੈ ਸਾਡੇ ਕੋਲੇ ਹਲੇ ਚੱਲ ਰਹੀ ਹੈ ਇਹ, ਉਹਦੀਆਂ ਅਸੀਂ ਜਿਹੜੀਆਂ ਵਿਸ਼ੇਸ਼ਤਾਵਾਂ ਨੇ ਉਹ ਵੱਖ-ਵੱਖ ਸਰੂਪਾਂ ਦੇ ਰਾਹੀਂ ਅਸੀਂ ਜਾਣਕਾਰੀ ਹਾਸਲ ਕਰਾਂਗੇ। ਭਾਸ਼ਾ ਦੀ ਪ੍ਰਕਿਰਤੀ, ਉਸ ਦੀਆਂ ਕੀ ਸਾਡੇ ਕੋਲੇ ਵਿਸ਼ੇਸ਼ਤਾਵਾਂ ਹਨ, ਅਸੀਂ ਉਹਦੇ ਬਾਰੇ ਦੀ ਜਾਣਕਾਰੀ ਲਵਾਂਗੇ ਜੀ। ਵਿਸ਼ੇਸ਼ਤਾਵਾਂ, ਵਿਸ਼ੇਸ਼ਤਾਵਾਂ ਪ੍ਰਕਿਰਤੀ ਦੀਆਂ ਵਿਸ਼ੇਸ਼ਤਾਵਾਂ, ਭਾਸ਼ਾ ਦੀ ਪ੍ਰਕਿਰਤੀ ਦੀਆਂ ਵਿਸ਼ੇਸ਼ਤਾਵਾਂ। ਹੈਡਿੰਗ ਉੱਪਰ ਲਿਖਿਆ ਹੋਇਆ ਹੈ ਜੀ ਭਾਸ਼ਾ ਦੀ ਪ੍ਰਕਿਰਤੀ ਦੀਆਂ ਵਿਸ਼ੇਸ਼ਤਾਵਾਂ। ਸਭ ਤੋਂ ਪਹਿਲਾਂ ਹੈਗਾ ਜੀ ਪ੍ਰਤੀਕਾਂ ਦੀ ਵਿਵਸਥਾ। ਪ੍ਰਤੀਕਾਂ ਦੀ ਵਿਵਸਥਾ। ਪਹਿਲਾ ਜਿਹੜਾ ਸਾਡੇ ਕੋਲ ਪੁਆਇੰਟ ਹੈਗਾ ਉਹ ਹੈਗਾ ਜੀ ਪ੍ਰਤੀਕਾਂ ਦੀ ਵਿਵਸਥਾ। ਪ੍ਰਤੀਕਾਂ ਦੀ ਵਿਵਸਥਾ ਇਹਨੂੰ ਜਦੋਂ ਅਸੀਂ ਇਹਦੇ ਬਾਰੇ ਅਧਿਐਨ ਕਰਾਂਗੇ ਤਾਂ ਇਹਦੇ ਵਿੱਚ ਆਪਾਂ ਦੇਖੀਏ ਪ੍ਰਤੀਕ ਦੀ ਗੱਲ ਕੀਤੀ ਗਈ ਹੈਗੀ ਹੈ। ਪ੍ਰਤੀਕ ਕੀ ਹੁੰਦੇ ਨੇ? ਚਿੰਨ੍ਹ, ਪਛਾਣ ਜਿਹਦੇ ਰਾਹੀਂ ਹੁੰਦੀ ਹੈ। ਹੁਣ ਇਹਦੇ ਵਿੱਚ ਇੱਕ ਆਪਾਂ ਗੱਲ ਕਰ ਲੈਂਦੇ ਆ, ਮੈਂ ਭਾਸ਼ਾ ਦੇ ਰਾਹੀਂ ਕਿਹਾ ਵੀ ਤੁਸੀਂ ਜਿਹੜੀ ਆਪਣੀ ਕਿਤਾਬ ਹੈਗੀ ਆ ਉਸ ਕਿਤਾਬ ਦੀ ਜਿਹੜੀ ਜਿਲਦ ਦਾ ਰੰਗ ਹੈਗਾ ਉਹ
ਪ੍ਰਤੀਕ ਦੀ ਜਿਹੜੀ ਵਿਵਸਥਾ ਹੈਗੀ ਆ ਤੁਸੀਂ ਉਸ ਨੂੰ ਸਮਝ ਕੇ ਉਸ ਨੂੰ ਕਿਰਿਆ ਦੇ ਰੂਪ ਦੇ ਵਿੱਚ ਕਰਨਾ ਸ਼ੁਰੂ ਕਰ ਦਿੱਤਾ। ਉਹ ਜਦੋਂ ਸ਼ੁਰੂ ਕੀਤਾ ਤਾਂ ਜਿਹੜੀ ਭਾਸ਼ਾ ਕੀ ਹੈਗੀ ਹੈ ਕਹਿੰਦੇ ਇੱਕ ਵਿਵਸਥਾ ਹੈ ਅਤੇ ਇਸ ਦੇ ਅੰਤਰਗਤ ਜਿਹੜੀਆਂ ਧੁਨੀਆਂ ਹੁੰਦੀਆਂ ਨੇ ਜਾਂ ਜਿਹੜੇ ਸ਼ਬਦ ਹੁੰਦੇ ਨੇ ਅਤੇ ਕਹਿੰਦੇ ਕਈ ਵਾਰੀ ਅਸੀਂ ਕਹਿੰਦੇ ਨੇ ਵੀ ਜਿਹੜੀਆਂ ਰਚਨਾਵਾਂ ਧੁਨੀਆਂ ਸ਼ਬਦ ਅਤੇ ਜਿਹੜੀਆਂ ਵਾਕ ਦੀ ਰਚਨਾ ਜਿਹੜੀ ਹੈਗੀ ਆ ਦੇਖੋ ਇਹਦੇ ਵਿੱਚ ਆਪਾਂ ਗੱਲ ਵੀ ਕਰ ਲੈਂਦੇ ਹਾਂ ਜੀ ਧੁਨੀ ਸ਼ਬਦ ਅਤੇ ਵਾਕ ਦੀ ਰਚਨਾ ਤੇ ਵਾਕ ਦੀ ਰਚਨਾ। ਹੁਣ ਦੇਖੋ ਮੈਂ ਗੱਲ ਕੀਤੀ ਸੀ ਕਿ ਤੁਹਾਨੂੰ ਇੱਕ ਕਿਤਾਬ ਦੇ ਜਿਲਦ ਦੇ ਲਾਲ ਰੰਗ ਦੀ ਤਾਂ ਉਹ ਲਾਲ ਰੰਗ ਨੇ ਤੁਹਾਡੇ ਮਨ ਦੇ ਵਿੱਚ ਕਰਕੇ ਬਣਾਉਂਦਾ ਇੱਕ ਬਿੰਬ ਬਣਾਉਂਦਾ ਇੱਕ ਵਿਵਸਥਾ ਬਣਾਦੀ ਕਿ ਤੁਹਾਡੇ ਮਨ ਦੇ ਵਿੱਚ ਆਪਾਂ ਨੂੰ ਉਸ ਰੰਗ ਦੀ ਕਿਤਾਬ ਜਿਹੜੀ ਹੈਗੀ ਆ ਉਸ ਵਿਸ਼ੇ ਦਾ ਸੰਬੋਧਨ ਕਰਦੀ ਹੈ। ਤਾਂ ਜਿਵੇਂ ਹੀ ਅਸੀਂ ਕਿਰਿਆ ਕਰਾਂਗੇ ਤਾਂ ਅਸੀਂ ਉਸੇ ਰੰਗ ਨੂੰ ਪਹਿਲਾਂ ਮੂਹਰੇ ਲੈ ਕੇ ਚੱਲਾਂਗੇ ਅੱਗੇ ਲੈ ਕੇ ਚੱਲਾਂਗੇ ਤਾਂ ਉਸ ਰੰਗ ਨੂੰ ਜਦੋਂ ਅਸੀਂ ਅੱਗੇ ਲੈ ਕੇ ਚੱਲਾਂਗੇ ਤਾਂ ਸਾਡੀ ਕਿਰਿਆਵਾਂ ਵੀ ਉਸ ਤਰੀਕੇ ਨਾਲ ਸ਼ਾਮਲ ਹੋਣਗੀਆਂ। ਫਿਰ ਅਸੀਂ ਕਹਿੰਦੇ ਹਾਂ ਜਿਹੜੀ ਪ੍ਰਤੀਕਾਂ ਦੀ ਵਿਵਸਥਾ ਹੈਗੀ ਹੈ ਨਾ ਜਦੋਂ ਇੱਕ ਵਾਕ ਰਾਹੀਂ ਕਹੀ ਹੋਈ ਗੱਲ ਦੇ ਵਿੱਚ ਇੱਕ ਜਿਹੜਾ ਬਿੰਬ ਹੁੰਦਾ ਹੈਗਾ ਉਹ ਮਹੱਤਵ ਰੱਖਦਾ ਹੈ। ਤਾਂ ਹੁਣ ਬਿੰਬ ਕਿਹੜਾ ਹੋ ਗਿਆ ਜੀ ਲਾਲ ਰੰਗ ਹੋ ਗਿਆ। ਹੁਣ ਉਹ ਲਾਲ ਰੰਗ ਦੇ ਪ੍ਰਤੀ ਜੋ ਜਿਹੜਾ ਸ਼ਬਦ ਹੈਗਾ ਲਾਲ ਰੰਗ ਉਹ ਕੀ ਹੋ ਗਿਆ ਜੀ ਇੱਕ ਸਾਡੇ ਕੋਲ ਇੱਕ ਬਿੰਬ ਭਾਸ਼ਾ ਰਾਹੀਂ ਸਾਡੇ ਕੋਲ ਕੀ ਹੈ ਇੱਕ ਬਿੰਬ ਦੀ ਵਿਵਸਥਾ ਹੈ। ਪਰ ਉਹਨੇ ਵਾਕ ਦੇ ਵਿੱਚ ਜੇਕਰ ਉਹ ਸ਼ਬਦ ਪਾਏ ਗਏ ਉਹਨਾਂ ਦੇ ਵਿੱਚ ਨਾਲ ਵੱਖ-ਵੱਖ ਧੁਨੀਆਂ ਨੂੰ ਜੋੜਿਆ ਗਿਆ ਹੈ ਤਾਂ ਉਹ ਧੁਨੀਆਂ ਕੀ ਕੀਤਾ ਹੈ ਸ਼ਬਦ ਨਾਲ ਜੁੜ ਕੇ ਫਿਰ ਉਹਨੇ ਵਾਕ ਦੀ ਰਚਨਾ ਕੀਤੀ ਹੈ ਜਿਸ ਦੇ ਨਾਲ ਇੱਕ ਵਿਵਸਥਾ ਜਿਹੜੀ ਹੈਗੀ ਹੈ ਪ੍ਰਤੀਕ ਦੀ ਉਹ ਸਾਨੂੰ ਵੇਖਣ ਨੂੰ ਮਿਲੀ ਹੈਗੀ ਹੈ। ਤਾਂ ਇਹ ਇੱਕ ਆਪਣੇ ਕੋਲ ਕੀ ਹੈਗਾ ਜੀ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਭਾਸ਼ਾ ਦੀ ਪ੍ਰਕਿਰਤੀ ਹੈਗੀ ਹੈ ਉਹ ਪ੍ਰਤੀਕਾਂ ਦੀ ਵਿਵਸਥਾ ਦੇ ਰੂਪ ਦੇ ਵਿੱਚ ਸਾਨੂੰ ਇੱਕ ਵਿਸ਼ੇਸ਼ਤਾ ਮਿਲਦੀ ਹੈ। ਹੁਣ ਇਸ ਗੱਲ ਨੂੰ ਅਸੀਂ ਭੁੱਲ ਨਹੀਂ ਸਕਦੇ ਕਿ ਜਿਹੜਾ ਸ਼ਬਦ ਹੁੰਦਾ ਹੈ ਭਾਸ਼ਾ ਦੇ ਵਿੱਚ ਜੋ ਸ਼ਬਦ ਹੁੰਦਾ ਹੈ ਉਹਦੇ ਵਿੱਚ ਸੰਪੂਰਨਤਾ ਕਦੋਂ ਆਉਂਦੀ ਹੈ ਜਦੋਂ ਵੱਖ-ਵੱਖ ਧੁਨੀਆਂ ਦੇ ਤਹਿਤ ਜਦੋਂ ਇੱਕ ਮਹੱਤਤਾ ਦਰਸਾਈ ਹੈ ਵਾਕ ਦੇ ਵਿੱਚ ਸ਼ਬਦ ਦੇ ਰਾਹੀਂ ਤਾਂ ਉਹ ਕੀ ਬਣ ਜਾਂਦੀ ਹੈ ਜੀ ਉਹ ਪ੍ਰਤੀਕ ਦੀ ਵਿਵਸਥਾ ਬਣ ਜਾਂਦੀ ਹੈ। ਉਸ ਤੋਂ ਬਾਅਦ ਸਾਡੇ ਕੋਲੇ ਜਿਹੜੀ ਵਿਸ਼ੇਸ਼ਤਾ ਹੈਗੀ ਹੋਵੇਗੀ ਸਮਾਜਿਕ ਕਿਰਿਆ ਦਾ ਆਧਾਰ ਸਮਾਜਿਕ ਕਿਰਿਆ ਦਾ ਆਧਾਰ ਸਮਾਜਿਕ ਕਿਰਿਆ ਦਾ ਆਧਾਰ ਕਿਰਿਆ ਦਾ ਆਧਾਰ ਇਹ ਸਾਡੇ ਕੋਲੇ ਭਾਸ਼ਾ ਦੀ ਪ੍ਰਕਿਰਤੀ ਦੀ ਦੂਸਰੇ ਰੂਪ ਦੇ ਵਿੱਚ ਸਾਨੂੰ ਵਿਸ਼ੇਸ਼ਤਾ ਮਿਲਦੀ ਹੈ ਕਿ ਸਮਾਜਿਕ ਕਿਰਿਆ ਦਾ ਆਧਾਰ ਹੈ। ਭਾਸ਼ਾ ਦੀ ਪ੍ਰਕਿਰਤੀ ਕੀ ਹੈਗੀ ਆ ਕਹਿੰਦੇ ਭਾਸ਼ਾ ਬਿਨਾ ਸਮਾਜ ਦੀਆਂ ਭਿੰਨ-ਭਿੰਨ ਕਿਰਿਆਵਾਂ ਮਹੱਤਵ ਨਹੀਂ। ਸਮਾਜ ਭਾਸ਼ਾ ਤੋਂ ਬਿਨਾ ਆਪਾਂ ਇੱਥੇ ਲਿਖ ਲੈਂਦੇ ਹਾਂ ਜੀ ਭਾਸ਼ਾ ਤੋਂ ਬਿਨਾ ਸਮਾਜ ਦੀਆਂ ਜੋ ਗਤੀਵਿਧੀਆਂ ਭਿੰਨ ਹਨ। ਭਾਸ਼ਾ ਤੋਂ ਬਿਨਾ ਸਮਾਜ ਦੀਆਂ ਜੋ ਗਤੀਵਿਧੀਆਂ ਭਿੰਨ ਹਨ ਉਹ ਕੀ ਹੈਗੀਆਂ ਸਾਡੇ ਸਮਾਜਿਕ ਕਿਰਿਆ ਦਾ ਆਧਾਰ ਹਨ। ਕਿਸ ਰੂਪ ਦੇ ਵਿੱਚ ਹਨ? ਹੁਣ ਇੱਥੇ ਜਦੋਂ ਅਸੀਂ ਗੱਲ ਕਰਦੇ ਹੈਗੇ ਆ ਕਿ ਸਮਾਜਿਕ ਕਿਰਿਆ ਦਾ ਆਧਾਰ ਭਾਸ਼ਾ ਜਿਹੜੀ ਹੈਗੀ ਆ ਨਾ ਉਹੀ ਮਨੁੱਖ ਨੂੰ ਇੱਕ ਸਮਾਜਿਕ ਪ੍ਰਾਣੀ ਬਣਾਉਂਦੀ ਹੈ। ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਗੱਲ ਨੋਟ ਕਰਾਂਗੇ ਕਿ ਜਿਹੜੀ ਭਾਸ਼ਾ ਹੈਗੀ ਹੈ ਨਾ ਉਹੀ ਮਨੁੱਖ ਨੂੰ ਕੀ ਕਰਦੀ ਹੈਗੀ ਆ ਸਮਾਜਿਕ ਪ੍ਰਾਣੀ ਬਣਾਉਂਦੀ ਹੈ। ਹੁਣ ਸਮਾਜਿਕ ਪ੍ਰਾਣੀ ਹੋਣ ਦੇ ਨਾਲ
ਸਾਡੇ ਭਾਸ਼ਾ ਦੇ ਵੱਖ-ਵੱਖ ਆਧਾਰ ਨੇ, ਮਨੁੱਖ ਦੇ ਵੱਖ-ਵੱਖ ਸਾਡੇ ਆਧਾਰ ਨੇ ਜਿਹੜੇ ਕਿ ਭਾਸ਼ਾ ਦੇ ਰਾਹੀਂ ਪੂਰੇ ਹੁੰਦੇ ਹਨ। ਹੁਣ ਅਸੀਂ ਕਿਤੇ ਆਪਣੇ ਹਾਵ-ਭਾਵ ਪ੍ਰਗਟ ਕਰਨੇ ਹੋਣ ਤਾਂ ਅਸੀਂ ਲਿਖ ਕੇ ਵੀ ਕਰ ਸਕਦੇ ਹਾਂ, ਅਸੀਂ ਬੋਲ ਕੇ ਵੀ ਕਰ ਸਕਦੇ ਹਾਂ, ਔਰ ਅਸੀਂ ਆਪਣੇ ਜਿਹੜੇ ਸਾਡੇ ਭਾਵਨਾਵਾਂ ਨੇ ਅਸੀਂ ਉਸ ਨੂੰ ਇਸ ਤਰੀਕੇ ਨਾਲ ਵੀ ਉਜਾਗਰ ਕਰ ਸਕਦੇ ਹਾਂ ਕਿ ਅਸੀਂ ਜੇ ਬੋਲੀਏ ਵੀ ਨਾ ਤਾਂ ਸਾਡੀ ਉਹ ਭਾਸ਼ਾ ਨੂੰ ਦੂਸਰੇ ਦੇ ਸਾਹਮਣੇ ਜਿਹੜਾ ਹੈਗਾ ਉਹ ਪ੍ਰਗਟਾਵ ਸਾਹਮਣੇ ਆ ਜਾਏ। ਤਾਂ ਇਹ ਕੀ ਹੋ ਗਿਆ, ਇੱਕ ਭਾਸ਼ਾ ਦੀ ਵਿਸ਼ੇਸ਼ਤਾ ਹੈ ਇੱਕ ਪ੍ਰਕਿਰਤੀ ਦੇ ਰੂਪ ਦੇ ਵਿੱਚ। ਕਿਸ ਰੂਪ ਦੇ ਵਿੱਚ? ਉਹਦੀ ਕਿਹੜੀ ਪ੍ਰਕਿਰਤੀ ਹੈਗੀ ਆ ਕਿ ਅਸੀਂ ਸਮਾਜਿਕ ਕਿਰਿਆ ਦਾ ਆਧਾਰ ਦੇਖੋ, ਸਮਾਜ ਤੇ ਸਮਾਜਿਕ ਇਹਨਾਂ ਦੋਨਾਂ ਦੇ ਵਿੱਚ, ਇਹਨਾਂ ਦੋਨਾਂ ਸ਼ਬਦਾਂ ਦੇ ਵਿਚਾਲੇ ਅੰਤਰ ਹੈ। ਸਮਾਜ ਕੀ ਹੈਗਾ? ਵਿਅਕਤੀਆਂ ਦੇ ਸਮੂਹ, ਅਸੀਂ ਕੀ ਕਹਿੰਦੇ ਇਹ ਸਮਾਜ ਹੈ। ਪਰ ਜਦੋਂ ਉਹ ਸਮੂਹ ਇਕੱਠੇ ਹੋ ਕੇ ਉਹ ਵਿਅਕਤੀ ਇਕੱਠੇ ਹੋ ਕੇ ਜਦੋਂ ਆਪਣੀਆਂ ਕਿਰਿਆਵਾਂ, ਆਪਣੀ ਜਿਹੜੀ ਨਿਰਭਰਤਾ ਹੈਗੀ ਇੱਕ ਦੂਸਰੇ ਦੇ ਰਾਹੀਂ ਪੂਰੀਆਂ ਕਰਨਗੇ, ਆਪਣੀਆਂ ਲੋੜਾਂ ਨੂੰ ਇੱਕ ਦੂਜੇ ਦੇ ਉੱਪਰ ਨਿਰਭਰਤਾ ਕਰਕੇ ਪੂਰੀਆਂ ਕਰਨਗੇ ਤਾਂ ਕੀ ਹੋਊਗਾ? ਉੱਥੇ ਉਹਨਾਂ ਦਾ ਆਧਾਰ ਬਣ ਜਾਊਗਾ। ਪਰ ਉਸ ਆਧਾਰ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਮਹੱਤਤਾ ਹੈਗੀ ਉਹ ਕਿਸ ਦੀ ਹੈਗੀ ਹੈ? ਭਾਸ਼ਾ ਦੀ। ਤਾਂ ਭਾਸ਼ਾ ਨਹੀਂ ਹੋਊਗੀ ਤਾਂ ਸਾਡੇ ਕੋਲ ਇਹ ਸਮਾਜਿਕ ਕਿਰਿਆ ਜਿਹੜੀ ਹੈਗੀ ਹੈ ਉਹ ਸੰਪੂਰਨ ਢੰਗ ਨਾਲ ਨਹੀਂ ਪਾਈ ਜਾਊਗੀ। ਇਸ ਦਾ ਦੇਖੋ ਸਮਾਜਿਕ ਕਿਰਿਆ ਦੇ ਵਿੱਚ ਭਾਸ਼ਾ ਦਾ ਬਹੁਤ ਵੱਡਾ ਰੋਲ ਹੈ। ਪ੍ਰਕਿਰਤੀ ਕੀ ਹੈਗੀ ਹੈ? ਇਹ ਸਰੂਪ ਹੈ। ਸਰੂਪ ਉਹਦੇ ਕਿਹੜੇ ਹਨ? ਆਧਾਰ ਵੱਖ-ਵੱਖ ਰੂਪਾਂ ਦੇ ਵਿੱਚ ਸਾਨੂੰ ਮਿਲਦੇ ਆ। ਕਹਿੰਦੇ ਭਾਸ਼ਾ ਤੋਂ ਬਿਨਾਂ ਸਮਾਜ ਦੇ ਜੋ ਗਤੀਵਿਧੀਆਂ ਹਨ ਉਹ ਭਿੰਨ-ਭਿੰਨ ਤਾਂ ਹਨ, ਪਰ ਕਿਤੇ ਨਾ ਕਿਤੇ ਉਹ ਇੱਕ ਕਿਰਿਆ, ਸਮਾਜਿਕ ਕਿਰਿਆ ਦਾ ਕੀ ਹਨ? ਆਧਾਰ। ਕਿਰਿਆ ਤੋਂ ਕੀ ਹੈ? ਗਤੀਵਿਧੀਆਂ ਤਾਂ ਭਿੰਨ-ਭਿੰਨ ਹੋਣਗੀਆਂ। ਦੇਖੋ ਹਰ ਇੱਕ ਵਿਅਕਤੀ ਦੀਆਂ ਲੋੜਾਂ ਜਿਹੜੀਆਂ ਹੈਗੀਆਂ ਨੇ ਉਹ ਬਰਾਬਰ ਹਨ। ਜਿਵੇਂ ਆਪਾਂ ਕਹਿੰਦੇ ਨੇ ਰੋਟੀ, ਕੱਪੜਾ ਤੇ ਮਕਾਨ, ਇਹ ਹਰ ਇੱਕ ਵਿਅਕਤੀ ਦੀਆਂ ਲੋੜਾਂ ਹਨ, ਪਰ ਹਰ ਇੱਕ ਵਿਅਕਤੀ ਇਸ ਨੂੰ ਵੱਖ-ਵੱਖ ਢੰਗਾਂ ਦੇ ਨਾਲ ਭਾਸ਼ਾ ਦਾ ਸਹਾਰਾ ਲੈ ਕੇ ਉਸ ਨੂੰ ਸੰਪੂਰਨ ਕਰਦਾ ਹੈ। ਤਾਂ ਉਹਦੇ ਵੱਖ-ਵੱਖ ਕੀ ਹੋ ਗਏ ਜੀ? ਉਹ ਆਧਾਰ। ਹੁਣ ਤੀਸਰੀ ਜਿਹੜੀ ਆਪਾਂ ਪੁਆਇੰਟ ਦੀ ਗੱਲ ਕਰਾਂਗੇ ਜੀ ਉਹ ਹੈਗਾ ਕਮਾਇਆ ਧਨ। ਕਮਾਇਆ ਧਨ ਕਮਾਇਆ ਧਨ ਇਹ ਸਾਡੇ ਕੋਲੇ ਸਮਾਜ ਦੇ ਵਿੱਚ ਜਿਹੜਾ ਕਮਾਇਆ ਧਨ ਉਹ ਨਹੀਂ ਕਿ ਜਿਹੜਾ ਅਸੀਂ ਜੋ ਪੈਸਾ ਕਮਾਇਆ ਹੈ। ਇਹਦੇ ਵਿੱਚ ਉਹਦੀ ਗੱਲ ਕਰਾਂਗੇ ਜੀ ਕਿ ਭਾਸ਼ਾ ਦੀ ਪ੍ਰਕਿਰਤੀ ਕੀ ਹੈਗੀ? ਇੱਕ ਕਮਾਇਆ ਧਨ ਹੈ। ਜਿਹੜੀ ਭਾਸ਼ਾ ਹੈਗੀ ਆ ਦੇਖੋ ਆਪਾਂ ਕਹਿੰਦੇ ਨੇ ਸਾਨੂੰ ਇਹ ਜਨਮ ਜਾਤ ਤੋਂ ਮਿਲੀ ਹੈ, ਪਰ ਕਈ ਵਿਅਕਤੀਆਂ ਨੂੰ ਇਹ ਨਹੀਂ ਪਤਾ ਹੈਗਾ ਕਿ ਇਹ ਜਨਮ ਜਾਤ ਤੋਂ ਨਹੀਂ ਮਿਲੀ ਹੈਗੀ। ਇਸ ਦਾ ਇੱਕ ਸੰਸਕ੍ਰਿਤੀ ਰੂਪ ਦੇ ਵਿੱਚ ਸਾਡੇ ਕੋਲੇ ਸੰਸਕ੍ਰਿਤੀ ਧਾਤੂ ਸੀ ਜੋ ਇੱਕ ਭਾਸ਼ਾ ਤੋਂ ਇਸ ਦਾ ਜਨਮ ਹੋਇਆ ਹੈ। ਔਰ ਜਿਹੜਾ ਭਾਸ਼ਾ ਜਿਹੜਾ ਐੜੇ ਨੂੰ ਕਰਨ ਲਾ ਕੇ ਜੋ ਇੱਕ ਭਾਸ਼ਾ ਸ਼ਬਦ ਨੂੰ ਪੂਰਾ ਕੀਤਾ ਗਿਆ ਹੈ ਉਸ ਦਾ ਅਰਥ ਕੀ ਹੈਗਾ? ਕਰਮ ਜਾਂ ਬੋਲਿਆ ਜਾਣਾ। ਤਾਂ ਉਹ ਭਾਸ਼ਾ ਨੂੰ ਸੰਪੂਰਨ ਰੂਪ ਦੇ ਵਿੱਚ ਸ਼ਬਦ ਨੂੰ ਸਾਡੇ ਸਾਹਮਣੇ ਅੱਗੇ ਕੀ ਹੈਗਾ ਰੱਖਿਆ ਗਿਆ, ਸਾਨੂੰ ਸਮਝਾਇਆ ਗਿਆ ਹੈ। ਫਿਰ ਇੱਕ ਪ੍ਰਤੀਬਿੰਬਾਂ ਦੀ ਗੱਲ ਹੋਈ, ਫਿਰ ਚਿੰਨ੍ਹਾਂ ਦੀ ਗੱਲ ਹੋਈ, ਜਿਸ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਇਹ ਜਿਹੜੀ ਭਾਸ਼ਾ ਹੈਗੀ ਆ ਬਿਨਾਂ ਪ੍ਰਤੀਬਿੰਬਾਂ ਤੋਂ ਜਾਂ ਬਿਨਾਂ ਕਿਰਿਆਵਾਂ ਤੋਂ ਕੀ ਹੈਗੀ ਆ? ਸੰਪੂਰਨ ਨਹੀਂ ਹੈਗੀ। ਤਾਂ ਇੰਨੀ ਗੱਲ ਕਰਦੇ ਹੋਏ ਹੁਣ ਕਮਾਇਆ ਹੋਇਆ ਧਨ ਜਿਹੜਾ ਹੈਗਾ ਸਾਡੇ ਕੋਲੇ ਆਪਾਂ ਇਹਦੇ ਵਿੱਚ ਕਹਿ ਦਿੰਦੇ ਵੀ ਜਿਹੜਾ ਕੋਈ ਵੀ ਵਿਅਕਤੀ ਹੈਗਾ, ਕੋਈ ਵੀ ਵਿਅਕਤੀ ਹੈਗਾ ਜਿਹੜਾ ਉਹ ਭਾਸ਼ਾ ਸਿੱਖ ਕੇ, ਜਿਹੜੀ ਭਾਸ਼ਾ ਹੈਗੀ ਹੈ ਕਹਿੰਦੇ ਸਿੱਖ ਕੇ ਜਨਮ ਨਹੀਂ ਲੈਂਦਾ, ਭਾਸ਼ਾ ਸਿੱਖ ਕੇ ਜਨਮ ਨਹੀਂ ਲੈਂਦਾ। ਕੋਈ ਵੀ ਵਿਅਕਤੀ ਭਾਸ਼ਾ ਸਿੱਖ ਕੇ ਜਨਮ ਨਹੀਂ ਲੈਂਦਾ, ਭਾਸ਼ਾ ਸਿੱਖ ਕੇ ਜਨਮ ਨਹੀਂ ਲੈਂਦਾ। ਦੇਖੋ ਬੜੀ ਵਧੀਆ ਆਪਾਂ ਨੂੰ ਪਰਿਭਾਸ਼ਾਵਾਂ ਸਾਹਿਤ ਦੇ ਸਿੱਟੇ ਨਿਕਲੇ ਜੋ ਵਿਸ਼ੇਸ਼ਤਾ ਵੇਖਣ ਨੂੰ ਮਿਲੀ ਕਿ ਭਾਸ਼ਾ ਦੀ ਪ੍ਰਕਿਰਤੀ ਕੀ ਹੈਗੀ ਹੈ ਜੀ। ਕਹਿੰਦੇ ਕਮਾਇਆ ਧਨ। ਕਿਸ ਰੂਪ ਨਾਲ ਕਮਾਇਆ ਧਨ ਹੈ? ਕਹਿੰਦੇ ਕੋਈ ਵੀ ਵਿਅਕਤੀ ਹੈ ਭਾਸ਼ਾ ਸਿੱਖ ਕੇ ਜਨਮ ਨਹੀਂ ਲੈਂਦਾ ਜੀ। ਕੋਈ ਵੀ ਮਤਲਬ ਇਹਦਾ ਭਾਸ਼ਾ ਸਿੱਖਣਾ, ਫਿਰ ਮੈਂ ਜਨਮ ਲਊਂਗਾ, ਫਿਰ ਮੈਂ ਕਿਰਿਆਵਾਂ ਦੇ ਵਿੱਚ ਸ਼ਾਮਲ ਹੋਊਂਗਾ। ਤਾਂ ਜਿਸ ਪਰਿਵਾਰ ਦੇ ਵਿੱਚ ਕਹਿੰਦੇ ਪੈਦਾ ਹੁੰਦਾ ਨਾ, ਉਹ ਕੋਈ ਵੀ ਵਿਅਕਤੀ ਹੋਵੇ ਉਹ ਭਾਸ਼ਾ ਸਿੱਖ ਕੇ ਜਨਮ ਨਹੀਂ ਲੈਂਦਾ। ਤਾਂ ਕਹਿੰਦੇ ਭਾਸ਼ਾ ਨੂੰ ਕੀ ਹੈਗਾ? ਕਹਿੰਦੇ ਸੁਣਦਾ ਹੈ,
समझण, भाषा ਨੂੰ ਪਹਿਲਾਂ ਸੁਣੂਗਾ, फिर उसको सीखूगा किहड़े ढंग दे नाल, सुन के समझूगा। जदों समझण लग पैंदा है सगों ये की हो गया, कहते हैं कमाया धन हो गया। कमाया धन की हो गया, किवें हो गया जी? ये जो बच्चे समाज ਦੇ ਵਿੱਚ ਰਹਿ ਕੇ ਕਹਿੰਦੇ ਆਪ ਕਮਾਉਂਦੇ ਹਨ, ਐਕਚੁਅਲ ਦੇ ਵਿੱਚ ਉਹੀ ਕੀ ਹੁੰਦਾ ਕਿ ਕਮਾਇਆ ਧਨ। ਮਤਲਬ ਆਪਾਂ ਕਹਿੰਦੇ ਨੇ ਨਹੀਂ ਆਪਾਂ ਸਿੱਖਿਆ ਗ੍ਰਹਿਣ ਕੀਤੀ, ਉਹ ਸਿੱਖਿਆ ਗ੍ਰਹਿਣ ਕੀਤੀ ਕਿਸ ਰਾਹੀਂ? ਇੱਕ ਸਾਨੂੰ ਅਧਿਆਪਕ ਨੇ ਵੱਖ-ਵੱਖ ਭਾਸ਼ਾਵਾਂ ਦੇ ਤਹਿਤ ਸਾਨੂੰ ਵੱਖ-ਵੱਖ ਕਿਰਿਆਵਾਂ ਕਰਵਾ ਕੇ ਸਾਡੇ ਵਿੱਚ ਉਹ ਸਿੱਖਣ ਦੀ ਵੀ ਤੀਬਰਤਾ ਹੈਗੀ ਉਹ ਸਾਡੇ ਵਿੱਚ ਸ਼ਾਮਲ ਕੀਤੀ, ਸਾਡੇ ਵਿੱਚ ਸਿੱਖਣ ਦੇ ਗੁਣ ਸ਼ਾਮਲ ਕੀਤੇ। ਉਹ ਗੁਣਾਂ ਨੂੰ ਜਦੋਂ ਅਸੀਂ ਵਰਤੋਂ ਦੇ ਵਿੱਚ ਲੈ ਕੇ ਆਉਂਦੇ ਸਮਾਜ ਦੇ ਵਿੱਚ ਵੱਖ-ਵੱਖ ਕਿਰਿਆਵਾਂ ਦੇ ਰਾਹੀਂ, ਜਦੋਂ ਅਸੀਂ ਇੱਕ ਸੰਪੂਰਨ ਇੱਕ ਸਾਰਥਕ ਸਿੱਟੇ ਦੇ ਉੱਪਰ ਪਹੁੰਚ ਜਾਂਦੇ ਹਾਂ, ਵੱਖ-ਵੱਖ ਗਤੀਵਿਧੀਆਂ ਦੇ ਰਾਹੀਂ ਇੱਕ ਗਿਆਨ ਹਾਸਲ ਕੀਤੇ ਰਾਹੀਂ ਇੱਕ ਉਹ ਭਾਸ਼ਾ ਜਿਹੜੀ ਹੈਗੀ ਆ, ਫਿਰ ਉਹਦਾ ਕੀ ਹੈਗਾ ਐਕਚੁਅਲ ਦੇ ਵਿੱਚ ਉਹ ਸਰੂਪ ਹੈ, ਉਹੀ ਉਸ ਦਾ ਰੂਪ ਹੈ, ਉਹੀ ਉਸ ਦੀ ਪ੍ਰਕਿਰਤੀ ਹੈ ਭਾਸ਼ਾ ਦੀ। ਤਾਂ ਉਹ ਸਾਡਾ ਕੀ ਹੋ ਗਿਆ ਜੀ? ਉਹ ਸਾਡਾ ਕਮਾਇਆ ਧਨ ਹੋ ਗਿਆ। ਮਤਲਬ ਕੀ ਹੈਗਾ, ਅਸੀਂ ਜਨਮ ਲੈਣ ਤੋਂ ਪਹਿਲਾਂ ਮਤਲਬ ਇਹ ਜਨਮ ਜਾਤ ਨਹੀਂ ਹੁੰਦੀ, ਹੌਲੀ ਹੌਲੀ ਜਿਵੇਂ ਜਿਵੇਂ ਅਸੀਂ ਵਿਚਰਦੇ ਹੈਗੇ ਆ ਸਮਾਜ ਦੇ ਵਿੱਚ, ਜਿਵੇਂ ਜਿਵੇਂ ਅਸੀਂ ਵਿਚਰਾਂਗੇ ਉਸ ਢੰਗ ਦੇ ਨਾਲ ਸਾਡੇ ਵਿੱਚ ਕੀ ਆਉਂਦੇ ਜਾਣਗੇ, ਗੁਣਵੱਤਾ ਦੇ ਵਿੱਚ ਵਾਧਾ ਹੁੰਦਾ ਜਾਊਗਾ। ਉਹ ਗੁਣਵੱਤਾ ਕਿਹੜੀ ਹੈਗੀ ਸਾਡੀ ਭਾਸ਼ਾ ਦੇ ਵਿੱਚ, ਜੋ ਪੂਰਾ ਕਰਨ ਲਈ ਸਾਨੂੰ ਧੁਨੀਆਂ, ਜੋ ਸ਼ਬਦ ਆਪਾਂ ਇੱਥੇ ਲਿਖਿਆ ਵੀ ਸੀਗਾ ਕਿ ਜਿਹੜੀਆਂ ਧੁਨੀਆਂ ਹੈਗੀਆਂ ਨੇ ਜਾਂ ਸ਼ਬਦ ਹੈਗਾ ਜਾਂ ਵਾਕ ਦੀ ਜਿਹੜੀ ਰਚਨਾ ਹੈਗੀ ਉਹ ਹੌਲੀ ਹੌਲੀ ਅਸੀਂ ਸਮਾਜ ਦੇ ਵਿੱਚ ਜਿਵੇਂ ਜਿਵੇਂ ਸਮਝਾਂਗੇ, ਸੁਣਾਂਗੇ ਵਾਕਾਂ ਨੂੰ, ਸ਼ਬਦਾਂ ਨੂੰ, ਉਵੇਂ ਉਵੇਂ ਸਾਡੀ ਭਾਸ਼ਾ ਦੇ ਵਿੱਚ ਕੀ ਹੁੰਦਾ ਜਾਊਗਾ, ਗਿਆਨ ਦੇ ਵਿੱਚ ਵਾਧਾ ਹੁੰਦਾ ਜਾਊਗਾ। ਉਹ ਭਾਸ਼ਾ ਦੀ ਅਸਲ ਦੇ ਵਿੱਚ ਕੀ ਹੈਗੀ ਹੈ, ਪ੍ਰਕਿਰਤੀ ਦੀ ਵਿਸ਼ੇਸ਼ਤਾ ਹੈ। ਉਹ ਵਿਸ਼ੇਸ਼ਤਾਵਾਂ ਕਿਹੜਾ ਨਾਮ ਹੈ? ਕਹਿੰਦੇ ਕਮਾਇਆ ਧਨ। ਪਤਾ ਲੱਗੇ ਕਮਾਇਆ ਧਨ ਕੀ ਹੈਗਾ? ਉਹ ਧਨ ਦੀ ਗੱਲ ਕਰਦੇ ਰੁਪਏ ਦੀ। ਕਮਾਇਆ ਧਨ ਉਹ ਜੋ ਸਿੱਖ ਕੇ, ਸੁਣ ਕੇ, ਸਮਝ ਕੇ ਕਿਰਿਆ ਦੇ ਰੂਪ ਦੇ ਰਾਹੀਂ ਸ਼ਾਮਲ ਕੀਤਾ ਜਾਵੇ, ਅਸਲ ਦੇ ਵਿੱਚ ਉਹ ਸਾਡਾ ਕਮਾਇਆ ਧਨ ਹੁੰਦਾ ਹੈ। ਅਗਲਾ ਜੋ ਲੈਕਚਰ ਲੱਗੂਗਾ ਆਪਣੇ ਕੋਲੇ, ਉਹ ਲੈਕਚਰ ਦੇ ਵਿੱਚ ਅਸੀਂ ਭਾਸ਼ਾ ਦੀ ਜਿਹੜੀ ਪ੍ਰਕਿਰਤੀ ਹੈਗੀ ਆ, ਵਿਸ਼ੇਸ਼ਤਾਵਾਂ ਹਲੇ ਕੁਝ ਬਾਕੀ ਹਨ, ਅਸੀਂ ਉਹਨਾਂ ਦੇ ਪ੍ਰਤੀ ਅਸੀਂ ਜਾਣਕਾਰੀ ਹਾਸਲ ਕਰਾਂਗੇ। ਧੰਨਵਾਦ।